ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਗੱਲ ਹੋਵੇਗੀ ਮੁਸਲਮਾਨਾਂ ਦੇ ਸਭ ਤੋਂ ਤਾਕਤਵਰ ਨੇਤਾ ਦੀ, ਜਿਸ ਨੂੰ ਦੁਨੀਆ ਦਾ ਦੂਸਰਾ ਸ਼ਾਹਦੇਨ ਹੁਸੈਨ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਮੁਸਲਿਮ ਲੋਕਾਂ ਨੇ ਇਸ ਦੀ ਬਹੁਤ ਪ੍ਰਸ਼ੰਸਾ ਕੀਤੀ ਸੀ, ਪਰ ਇਸ ਦੇ ਕੁਝ ਗਲਤ ਕਦਮ ਚੁੱਕਣ ਕਰਕੇ ਇਹ ਦੁਸ਼ਮਣਾਂ ਦੇ ਨਿਸ਼ਾਨੇ ਤੇ ਆ ਗਿਆ। ਬਾਅਦ ਵਿੱਚ ਇਸ ਦੇ ਦੁਸ਼ਮਣਾਂ ਨੇ ਇਸ ਨੂੰ ਮਾਰ ਕੇ ਹੀ ਸੁੱਖ ਦਾ ਸਾਹ ਲਿਆ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਲੀਬੀਆ ਦੇਸ਼ ਵਿੱਚ 42 ਸਾਲ ਲਗਾਤਾਰ ਰਾਜ ਕਰਨ ਵਾਲੇ ਕਰਨਲ ਗਦਾਫੀ ਦੇ ਬਾਰੇ। ਗਦਾਫੀ ਨਾ ਬਲਕਿ ਅਫਰੀਕਾ ਸਗੋਂ ਮੁਸਲਮਾਨਾਂ ਦਾ ਸਭ ਤੋਂ ਤਾਕਤਵਰ ਨੇਤਾ ਸਮਝਿਆ ਜਾਂਦਾ ਸੀ। ਪਰ ਸਵਾਲ ਇਹ ਵੀ ਹੈ ਕਿ ਗਦਾਫੀ ਹੈ ਕੌਣ ਸੀ। ਆਪਣੇ ਪੰਜਾਬੀ ਮਸ਼ਹੂਰ ਸਿੰਗਰਾਂ ਨੇ ਆਪਣੇ ਗਾਣੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ। ਆਓ ਇਸ ਦੇ ਬਾਰੇ ਗੱਲ ਕਰਦੇ ਹਾਂ ਕਿ ਇੱਕ ਆਮ ਘਰ ਵਿੱਚ ਪੈਦਾ ਹੋ ਕੇ ਉਸਨੇ ਕਿਵੇਂ ਇੰਨੀ ਵੱਡੀ ਕਾਮਯਾਬੀ ਪ੍ਰਾਪਤ ਕੀਤੀ। ਕਿ ਉਹ ਹੌਲੀ-ਹੌਲੀ ਮੁਸਲਿਮ ਧਰਮ ਦਾ ਸਭ ਤੋਂ ਤਾਕਤਵਰ ਨੇਤਾ ਸਮਝਿਆ ਜਾਣ ਲੱਗ ਗਿਆ ਅਤੇ ਆਖਰ ਉਸਨੇ ਕਿਹੜੇ-ਕਿਹੜੇ ਫੈਸਲੇ ਲਏ ਜਿਸ ਕਰਕੇ ਅਫਰੀਕਾ ਤੇ ਯੂਰਪ ਵਰਗੇ ਦੇਸ਼ ਉਸ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਏ ਸੀ ਅਤੇ ਜਲਦੀ ਤੋਂ ਜਲਦੀ ਉਸ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੇ ਸੀ। ਤੇ ਇਸ ਵੀਡੀਓ ਵਿੱਚ ਆਪਾਂ ਦੱਸਦੇ ਹਾਂ ਇਸ ਦੇ ਬਾਰੇ। ਦੋਸਤੋ ਗਦਾਫੀ ਦਾ ਜਨਮ 1942 ਈਸਵੀ ਵਿੱਚ ਲੀਬੀਆ ਦੇਸ਼ ਵਿੱਚ ਹੋਇਆ ਸੀ। ਗਦਾਫੀ ਨੇ ਜਵਾਨ ਹੋਣ ਸਾਰ ਹੀ ਆਪਣੇ ਦੇਸ਼ ਦੀ ਆਰਮੀ ਨੂੰ ਜੁਆਇਨ ਕਰ ਲਿਆ ਸੀ। ਗੱਲ ਉਸ ਦੌਰ ਦੀ ਹੈ ਕਿ ਸਾਲ 1967 ਵਿੱਚ ਜਦੋਂ ਇਜ਼ਰਾਈਲ ਤੇ ਅਰਬ ਦੇਸ਼ਾਂ ਵਿੱਚ ਜੰਗ ਹੋਈ ਸੀ। ਇਸ ਜੰਗ ਵਿੱਚ ਇਜ਼ਰਾਈਲ ਨੇ ਅਰਬ ਦੇਸ਼ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ, ਜਿਸ ਕਰਕੇ ਅਰਬ ਦੇ ਆਮ ਲੋਕ ਆਪਣੇ ਹੀ ਸਰਕਾਰ ਤੋਂ ਬਹੁਤ ਨਾਰਾਜ਼ ਸੀ। ਉੱਥੇ ਹੀ ਆਮ ਜਨਤਾ ਨੂੰ ਲੱਗਦਾ ਸੀ ਕਿ ਹਾਰ ਦਾ ਕਾਰਨ ਸਾਡੀ ਸਰਕਾਰ ਹੀ ਹੈ। ਬਾਕੀ ਅਰਬ ਦੇਸ਼ਾਂ ਵਾਂਗ ਲੀਬੀਆ ਵਿੱਚ ਵੀ ਇਹੀ ਹਾਲਾਤ ਬਣਦੇ ਜਾ ਰਹੇ ਸੀ। ਉਸ ਦੌਰਾਨ ਲੀਬੀਆ ਵਿੱਚ ਸ਼ਾਹੀ ਰਾਜ ਸ਼ਾਸਨ ਹੋਇਆ ਕਰਦਾ ਸੀ। ਗਰੀਸ ਨਾਮ ਦਾ ਇੱਕ ਵਿਅਕਤੀ ਲੀਬੀਆ ਦੀ ਗੱਦੀ ਤੇ ਬੈਠਾ ਸੀ ਤੇ ਉੱਥੋਂ ਦੇ ਲੋਕ ਉਸ ਨੂੰ ਗੱਦੀ ਤੋਂ ਹਟਾਉਣਾ ਚਾਹੁੰਦੇ ਸੀ ਅਤੇ ਇਹੀ ਗੱਲ ਫੌਜ ਵਿੱਚ ਕੈਪਟਨ ਦੇ ਰੈਂਕ ਤੇ ਕੰਮ ਕਰ ਰਹੇ ਗਦਾਫੀ ਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਚੁੱਕੀ ਸੀ ਕਿ ਗਰੀਸ ਦੇ ਖਿਲਾਫ ਲੋਕਾਂ ਵਿੱਚ ਗੁੱਸਾ ਭਰਿਆ ਹੋਇਆ ਹੈ ਤੇ ਇਸ ਗੱਲ ਦਾ ਗਦਾਫੀ ਨੇ ਫਾਇਦਾ ਚੁੱਕਿਆ। ਸਾਲ 1969 ਵਿੱਚ ਜਦੋਂ ਗਰੀਸ ਆਪਣੇ ਇਲਾਜ ਲਈ ਤੁਰਕੀ ਗਿਆ ਹੋਇਆ ਸੀ ਤਾਂ ਗਦਾਫੀ ਨੇ ਲੋਕਾਂ ਨਾਲ ਮਿਲ ਕੇ ਬਗਾਵਤ ਕਰ ਦਿੱਤੀ ਅਤੇ ਤਖਤਾ ਪਲਟ ਕਰਦੇ ਹੋਏ ਹਕੂਮਤ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਸਾਲ 1969 ਵਿੱਚ ਗਦਾਫੀ ਲੀਬੀਆ ਦੀ ਗੱਦੀ ਤੇ ਪਹਿਲੀ ਵਾਰ ਬੈਠਿਆ। ਗਦਾਫੀ ਦੇ ਗੱਦੀ ਤੇ ਬੈਠਦੇ ਹੀ ਲੀਬੀਆ ਦੀ ਕਿਸਮਤ ਬਦਲ ਗਈ। ਜਿੱਥੇ ਲੀਬੀਆ ਗਰੀਬੀ ਨਾਲ ਜੂਝ ਰਿਹਾ ਸੀ, ਉਹ ਹੌਲੀ-ਹੌਲੀ ਅਮੀਰ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਦੀ ਇਕਨੋਮੀ ਹੋਰ ਦੇਸ਼ਾਂ ਨਾਲੋਂ ਉੱਪਰ ਉੱਠਣ ਲੱਗ ਗਈ। ਸਭ ਤੋਂ ਪਹਿਲਾਂ ਗਦਾਫੀ ਨੇ ਤੇਲ ਕੰਪਨੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸ ਉੱਪਰ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਹੋਇਆ ਕਰਦਾ ਸੀ। ਇਸ ਤੋਂ ਪਹਿਲਾਂ ਵਿਦੇਸ਼ੀ ਕੰਪਨੀਆਂ ਆਪਣੇ ਹਿਸਾਬ ਨਾਲ ਤੇਲ ਦੀ ਵਰਤੋਂ ਕਰਦੀਆਂ ਸੀ ਤੇ ਉਹ ਉਹਨਾਂ ਦੇ ਹਿਸਾਬ ਨਾਲ ਤੇਲ ਦਾ ਰੇਟ ਘਟਾਉਂਦੇ ਤੇ ਵਧਾਉਂਦੇ ਸੀ। ਲੀਬੀਆ ਨੇ ਆਪਣੇ ਸਭ ਤੋਂ ਤਾਕਤਵਰ ਸੋਰਸ ਨੂੰ ਪਹਿਚਾਣ ਲਿਆ ਸੀ। ਤੇਲ ਕਰਕੇ ਹੀ ਲੀਬੀਆ ਤਾਕਤਵਰ ਹੋਣਾ ਸਟਾਰਟ ਹੋ ਗਿਆ ਸੀ। ਬਾਕੀ ਅਰਬ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਤੇਲ ਉਹਨਾਂ ਦੀ ਇਨਕਮ ਦਾ ਸਭ ਤੋਂ ਤਾਕਤਵਰ ਸੋਰਸ ਹੈ ਅਤੇ ਤੇਲ ਦੀ ਤਾਕਤ ਨਾਲ ਪੂਰੀ ਦੁਨੀਆ ਨੂੰ ਝੁਕਾਇਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਅਰਬ ਦੇਸ਼ ਤੇਲ ਦੀ ਵੈਲਿਊ ਵਧਾਉਣ ਦਾ ਕ੍ਰੈਡਿਟ ਗਦਾਫੀ ਨੂੰ ਦਿੰਦੇ ਹਨ। ਇਸ ਤੋਂ ਇਲਾਵਾ ਗਦਾਫੀ ਨੇ ਹੋਰ ਵੀ ਬਹੁਤ ਚੰਗੇ ਕੰਮ ਕੀਤੇ। ਗਦਾਫੀ ਦੇ ਰਾਜ ਵਿੱਚ ਲੀਬੀਆ ਨੂੰ ਫ੍ਰੀ ਬਿਜਲੀ ਦਿੱਤੀ ਜਾਂਦੀ ਸੀ ਅਤੇ ਵਿਆਜ ਵਰਗੀਆਂ ਚੀਜ਼ਾਂ ਤੇ ਵੀ ਰੋਕ ਲਗਾ ਦਿੱਤੀ ਸੀ। ਐਜੂਕੇਸ਼ਨ ਤੇ ਹੈਲਥ ਸਿਸਟਮ ਨੂੰ ਕਾਫੀ ਹੱਦ ਤੱਕ ਫ੍ਰੀ ਕਰ ਦਿੱਤਾ ਸੀ। ਗਦਾਫੀ ਨੇ ਐਜੂਕੇਸ਼ਨ ਸਿਸਟਮ ਨੂੰ ਇੰਨਾ ਉੱਪਰ ਚੁੱਕ ਦਿੱਤਾ ਸੀ ਕਿ ਗਦਾਫੀ ਤੋਂ ਪਹਿਲਾਂ ਲੀਬੀਆ ਸਿਰਫ 25% ਪੜ੍ਹਿਆਂ ਲਿਖਿਆਂ ਦੀ ਗਿਣਤੀ ਵਿੱਚ ਆਉਂਦਾ ਸੀ ਤੇ ਗਦਾਫੀ ਦੇ ਆਉਣ ਤੋਂ ਬਾਅਦ ਲੀਬੀਆ ਅੱਜ ਵੀ 85% ਪੜ੍ਹਿਆ ਲਿਖਿਆ ਹੈ। ਗਦਾਫੀ ਨੇ ਹੈਲਥ ਸਿਸਟਮ ਇੰਨਾ ਸਟਰੋਂਗ ਕਰ ਦਿੱਤਾ ਸੀ ਕਿ ਜਿਸ ਵਿਅਕਤੀ ਨੂੰ ਇਲਾਜ ਲਈ ਬਾਹਰ ਜਾਣਾ ਪੈਂਦਾ ਸੀ, ਉਸ ਦਾ ਇੰਤਜ਼ਾਮ ਵੀ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਨਵੇਂ ਵਿਆਹੇ ਜੋੜੇ ਨੂੰ ਘਰ ਦਾ ਇੰਤਜ਼ਾਮ ਕਰਕੇ ਵੀ ਦਿੱਤਾ ਜਾਂਦਾ ਸੀ ਤੇ ਇਸ ਨਵੇਂ ਵਿਆਹੇ ਜੋੜੇ ਲਈ $5000 ਦਾ ਚੈੱਕ ਕੱਟਿਆ ਜਾਂਦਾ ਸੀ। ਇਸ ਤੋਂ ਇਲਾਵਾ ਵੀ ਗਦਾਫੀ ਨੇ ਇੰਟਰਨੈਸ਼ਨਲ ਲੈਵਲ ਤੇ ਵੀ ਵੱਡੇ ਕਦਮ ਉਠਾਏ ਸੀ। ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਗਦਾਫੀ ਦੀ ਜ਼ਿੰਦਗੀ ਭਰ ਖੁਆਇਸ਼ ਰਹੀ ਹੈ ਕਿ ਜਿਵੇਂ ਸਾਰੇ ਯੂਰਪ ਦੇਸ਼ਾਂ ਨੇ ਮਿਲ ਕੇ ਯੂਰਪ ਯੂਨੀਅਨ ਬਣਾ ਲਿਆ ਹੈ, ਠੀਕ ਉਸੇ ਤਰ੍ਹਾਂ ਹੀ ਉਹ ਸਾਰੇ ਅਫਰੀਕਨ ਤੇ ਮੁਸਲਿਮ ਦੇਸ਼ਾਂ ਨੂੰ ਮਿਲਾ ਕੇ ਇੱਕ ਵਲੌਗ ਬਣਾਉਣਾ ਚਾਹੁੰਦਾ ਸੀ ਤਾਂ ਕਿ ਆਪਾਂ ਸਾਰੇ ਦੇਸ਼
ਮਿਲ ਕੇ ਇੰਨੇ ਤਾਕਤਵਰ ਹੋ ਜਾਈਏ ਕਿ ਕੋਈ ਬਾਹਰ ਦਾ ਵਿਦੇਸ਼ੀ ਸਾਡੇ ਵੱਲ ਅੱਖ ਚੁੱਕ ਕੇ ਨਾ ਦੇਖ ਸਕੇ। ਪਰ ਜ਼ਿੰਦਗੀ ਭਰ ਕੋਸ਼ਿਸ਼ ਕਰਦੇ ਰਹਿਣ ਤੇ ਵੀ ਇਹ ਖੁਆਇਸ਼ ਗਦਾਫੀ ਦੀ ਪੂਰੀ ਨਾ ਹੋ ਸਕੀ। ਇਹਨਾਂ ਚੀਜ਼ਾਂ ਤੋਂ ਹਟ ਕੇ ਅਗਰ ਗੱਲ ਕਰੀਏ ਤਾਂ ਗਦਾਫੀ ਦਾ ਇੱਕ ਹੋਰ ਵੀ ਚਿਹਰਾ ਸੀ ਕਿ ਸ਼ੁਰੂ ਵਿੱਚ ਤਾਂ ਇਹ ਇੱਕ ਵਧੀਆ ਇਨਸਾਨ ਸੀ, ਪਰ ਜਿਵੇਂ ਗਦਾਫੀ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਉਵੇਂ ਹੀ ਉਹ ਜ਼ਾਲਿਮ ਤੇ ਹੰਕਾਰੀ ਬਣਦਾ ਗਿਆ। ਤੇ ਇੱਕ ਉਹ ਵੀ ਦੌਰ ਆਇਆ ਉਸਨੇ ਆਪਣੇ ਲੋਕਾਂ ਤੇ ਹੀ ਬਹੁਤ ਜ਼ੁਲਮ ਕੀਤਾ। ਇਸ ਤੋਂ ਇਲਾਵਾ ਗਦਾਫੀ ਦੇ ਅਯਾਸ਼ੀ ਦੇ ਵੀ ਕਾਫੀ ਚਰਚੇ ਕੀਤੇ ਗਏ ਸੀ। ਕਿਹਾ ਜਾਂਦਾ ਹੈ ਕਿ ਉਹ ਆਪਣੇ ਆਖਰੀ ਟਾਈਮ ਵਿੱਚ ਇੰਨਾ ਅਯਾਸ਼ੀ ਹੋ ਗਿਆ ਸੀ ਕਿ ਉਸਨੇ ਆਪਣੇ ਕਮਾਂਡੋ ਵਿੱਚ ਵੀ ਕੁੜੀਆਂ ਨੂੰ ਹੀ ਭਰਤੀ ਕੀਤਾ ਹੋਇਆ ਸੀ ਤੇ ਇਹ ਕੁੜੀਆਂ ਬਾਹਰ ਤੋਂ ਲੱਭ ਕੇ ਮੰਗਵਾਈਆਂ ਜਾਂਦੀਆਂ ਸੀ। ਇੰਨਾ ਹੀ ਨਹੀਂ, ਉਹ ਇਹਨਾਂ ਕੁੜੀਆਂ ਦਾ ਗਲਤ ਇਸਤੇਮਾਲ ਵੀ ਕਰਦਾ ਸੀ ਤੇ ਹੋਰ ਤਾਂ ਹੋਰ ਸਕੂਲ ਤੇ ਕਾਲਜਾਂ ਦੀਆਂ ਬੱਚੀਆਂ ਨੂੰ ਛੇੜਨ ਦੇ ਇਲਜ਼ਾਮ ਵੀ ਗਦਾਫੀ ਉੱਤੇ ਲਗਾਏ ਗਏ ਸੀ। ਕਰਪਸ਼ਨ ਨੂੰ ਲੈ ਕੇ ਵੀ ਗਦਾਫੀ ਤੇ ਇਲਜ਼ਾਮਾਂ ਦੀ ਲੜੀ ਲਗਾ ਦਿੱਤੀ ਗਈ ਸੀ। ਕਿਹਾ ਜਾਂਦਾ ਹੈ ਕਿ ਲੀਬੀਆ ਦੇ ਤੇਲ ਦੇ ਵੱਡੇ ਡਿਪਾਰਟਮੈਂਟ ਉਹ ਆਪਣੀਆਂ ਫੈਮਲੀਆਂ ਦੇ ਹਵਾਲੇ ਕੀਤੇ ਹੋਏ ਸੀ। ਕੁੱਲ ਮਿਲਾ ਕੇ ਦੇਸ਼ ਦੀ ਸਾਰੀ ਦੌਲਤ ਉਸ ਦੀ ਫੈਮਲੀਆਂ ਵਿੱਚ ਹੀ ਰਹਿੰਦੀ ਸੀ, ਜਿਸ ਕਰਕੇ ਦੇਸ਼ ਦੇ ਲੋਕ ਹੌਲੀ ਉਸ ਦੇ ਖਿਲਾਫ ਹੋਣਾ ਸ਼ੁਰੂ ਹੋ ਗਏ ਸੀ। ਹਾਲਾਂਕਿ ਦੋਸਤੋ ਦੱਸਦੇ ਚੱਲੀਏ ਕਿ ਗਦਾਫੀ ਦੇ ਚਾਹਣ ਵਾਲਿਆਂ ਦਾ ਮੰਨਣਾ ਸੀ ਕਿ ਜਿਹੜੇ ਇਲਜ਼ਾਮ ਉਸ ਉੱਤੇ ਲਗਾਏ ਗਏ ਸੀ ਉਹ ਸਿਰਫ ਉਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਸੀ। ਇਸ ਦੇ ਪਿੱਛੇ ਅਮਰੀਕਨ ਤੇ ਯੂਰੋਪੀਅਨ ਦੇਸ਼ਾਂ ਦਾ ਹੱਥ ਸੀ ਤਾਂ ਕਿ ਉਸ ਦੀ ਇਮੇਜ ਖਰਾਬ ਕਰ ਦਿੱਤੀ ਜਾਵੇ, ਤਾਂ ਕਿ ਕਿਸੇ ਵੀ ਹਾਲ ਵਿੱਚ ਗਦਾਫੀ ਨੂੰ ਲੋਕਾਂ ਦੀ ਨਜ਼ਰ ਵਿੱਚ ਗਿਰਾਇਆ ਜਾਵੇ। ਪਰ ਗਦਾਫੀ ਸਾਰੇ ਮੁਸਲਮਾਨ ਦੇਸ਼ਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕਿ ਉਸਨੇ ਮੁਸਲਮਾਨਾਂ ਦੀ ਸਭ ਤੋਂ ਵੱਡੀ ਤਾਕਤ ਯਾਨੀ ਕਿ ਤੇਲ ਨੂੰ ਵੀ ਯੂਰੋਪੀਅਨ ਦੇਸ਼ਾਂ ਤੋਂ ਬਚਾ ਲਿਆ ਸੀ ਅਤੇ ਮੁਸਲਿਮ ਦੇਸ਼ਾਂ ਨੂੰ ਇਸ ਗੱਲ ਦਾ ਅਹਿਸਾਸ ਦਿਵਾਇਆ ਸੀ ਕਿ ਤੇਲ ਕਿੰਨੀ ਵੱਡੀ ਤਾਕਤ ਹੈ ਕਿ ਅਸੀਂ ਲੋਕ ਵੱਡੇ ਦੇਸ਼ਾਂ ਜਿਵੇਂ ਕਿ ਅਮਰੀਕਾ ਵਰਗੇ ਦੇਸ਼ਾਂ ਨੂੰ ਵੀ ਝੁਕਾ ਸਕਦੇ ਹਾਂ। ਇਹੀ ਵਜ੍ਹਾ ਸੀ ਕਿ ਇਹ ਦੁਸ਼ਮਣ ਲੋਕ ਗਦਾਫੀ ਨੂੰ ਆਪਣੇ ਰਸਤੇ ਵਿੱਚੋਂ ਹਟਾਉਣਾ ਚਾਹੁੰਦੇ ਸੀ। ਯਕੀਨੀ ਤੌਰ ਤੇ ਇਹ ਲੋਕ ਸਾਲ 2011 ਵਿੱਚ ਕਾਮਯਾਬ ਵੀ ਹੋ ਗਏ ਸੀ, ਕਿਉਂਕਿ ਦੋਸਤੋ ਗਦਾਫੀ ਬਾਰੇ ਸੱਚਾਈ ਕੁਝ ਵੀ ਹੋਵੇ, ਚਾਹੇ ਉਹ ਚੰਗਾ ਸੀ ਜਾਂ ਮਾੜਾ, ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਨ 2011 ਆਉਂਦੇ ਲੀਬੀਆ ਦੇ ਵਿੱਚ ਗਦਾਫੀ ਦੇ ਖਿਲਾਫ ਇੱਕ ਮਾਹੌਲ ਤਿਆਰ ਹੋ ਚੁੱਕਾ ਸੀ ਤੇ ਆਖਰ ਵਿੱਚ ਅਮਰੀਕਾ ਤੇ ਨਾਲ ਯੂਰਪ ਦੀਆਂ ਫੌਜਾਂ ਨੇ ਲੀਬੀਆ ਵਿੱਚ ਉਤਰ ਕੇ ਬਾਗੀਆਂ ਦੀ ਮਦਦ ਨਾਲ ਗਦਾਫੀ ਨੂੰ ਮਾਰ ਦਿੱਤਾ ਸੀ। ਯਾਨੀ ਕਿ ਨਾਟੋ ਦੀ ਫੌਜ 2011 ਵਿੱਚ ਲੀਬੀਆ ਵਿੱਚ ਉਤਰ ਗਈ ਸੀ ਤੇ ਸਨ 1969 ਤੋਂ ਲੈ ਕੇ 2011 ਤੱਕ ਯਾਨੀ ਕਿ ਗਦਾਫੀ ਦਾ 42 ਸਾਲ ਦਾ ਰਾਜ ਖਤਮ ਹੋ ਚੁੱਕਿਆ ਸੀ। ਗਦਾਫੀ ਦੀ ਆਖਰੀ ਜ਼ਿੰਦਗੀ ਵਿੱਚ ਉਸ ਦੀਆਂ ਗੱਡੀਆਂ ਦੀ ਵੀ ਬਹੁਤ ਜ਼ਿਆਦਾ ਚਰਚਾ ਹੋਇਆ ਕਰਦੀ ਸੀ, ਕਿਉਂਕਿ ਉਹ ਆਪਣੀ ਹਿਫਾਜ਼ਤ ਨੂੰ ਲੈ ਕੇ ਇੰਨਾ ਸੀਰੀਅਸ ਸੀ ਕਿ ਜਦੋਂ ਵੀ ਉਸ ਨੂੰ ਕਿਤੇ ਜਾਣਾ ਹੁੰਦਾ ਸੀ ਗੱਡੀਆਂ ਦੇ 2 ਗਰੁੱਪ ਇੱਕੋ ਵਾਰ 'ਚ ਨਿਕਲਦੇ ਸੀ। ਗੱਡੀਆਂ ਦੇ 2 ਗਰੁੱਪਾਂ ਵਿੱਚ ਗੱਡੀਆਂ ਦੇ ਕਲਰ ਦੇ ਨਾਲ ਗੱਡੀਆਂ ਦੇ ਨੰਬਰ ਵੀ ਸੇਮ ਹੁੰਦੇ ਸੀ ਅਤੇ ਇਹਨਾਂ 2 ਗਰੁੱਪਾਂ ਦੀਆਂ ਗੱਡੀਆਂ ਵਿੱਚੋਂ ਕਿਸੇ ਇੱਕ ਗੱਡੀ ਵਿੱਚ ਗਦਾਫੀ ਬੈਠਾ ਹੁੰਦਾ ਸੀ, ਤਾਂ ਕਿ ਇਨਸਾਨ ਚਾਹ ਕੇ ਵੀ ਇਹ ਨਹੀਂ ਪਤਾ ਕਰ ਸਕਦਾ ਸੀ ਕਿ ਗਦਾਫੀ ਕਿਸ ਗੱਡੀ ਵਿੱਚ ਬੈਠਾ ਹੈ। ਇਸ ਤੋਂ ਇਲਾਵਾ ਗਦਾਫੀ ਨੂੰ ਜਦ ਪਲੇਨ ਵਿੱਚ ਸਫ਼ਰ ਕਰਨਾ ਪੈਂਦਾ ਸੀ ਤਾਂ ਅਸਮਾਨ ਵਿੱਚ ਇੱਕ ਨਹੀਂ ਬਲਕਿ 2 ਸੇਮ ਕਲਰ ਦੇ ਪਲੇਨ ਉੱਡਦੇ ਸਨ। ਜਿਸ ਪਲੇਨ ਵਿੱਚ ਗਦਾਫੀ ਨੇ ਬੈਠਣਾ ਹੁੰਦਾ ਸੀ ਉਸ ਪਲੇਨ ਨੂੰ ਪਹਿਲਾਂ ਅਸਮਾਨ ਵਿੱਚ 2-3 ਘੰਟੇ ਉਡਾਇਆ ਜਾਂਦਾ ਸੀ, ਤਾਂ ਕਿ ਅਗਰ ਕਿਸੇ ਵੀ ਦੁਸ਼ਮਣ ਨੇ ਪਲੇਨ ਵਿੱਚ ਬੰਬ ਫਿੱਟ ਕੀਤਾ ਹੋਇਆ ਹੋਵੇ ਤਾਂ ਉਹ ਪਹਿਲਾਂ ਹੀ ਫਟ ਜਾਵੇ, ਤਾਂ ਇਸ ਤਰ੍ਹਾਂ ਗਦਾਫੀ ਮਹਿਫੂਜ਼ ਰਹਿ ਸਕੇ। ਇਸ ਤੋਂ ਇਲਾਵਾ ਦੱਸਦੇ ਚੱਲੀਏ ਕਿ ਗਦਾਫੀ ਦੀ ਜ਼ਿੰਦਗੀ ਦੀ ਇੱਕ ਹੋਰ ਚੀਜ਼ ਵੀ ਬਹੁਤ ਮਸ਼ਹੂਰ ਸੀ ਤੇ ਉਹ ਚੀਜ਼ ਸੀ ਗਦਾਫੀ ਦਾ ਮਸ਼ਹੂਰ ਖੇਮਾ। ਅਗਰ ਕਿਤੇ ਵੀ ਗਦਾਫੀ ਨੂੰ ਜਾਣਾ ਹੁੰਦਾ ਸੀ ਉਹ ਆਪਣੇ ਖੇਮੇ ਨੂੰ ਨਾਲ ਜ਼ਰੂਰ ਲੈ ਕੇ ਜਾਂਦਾ ਸੀ। ਇੱਥੋਂ ਤੱਕ ਕਿ ਜਦੋਂ ਗਦਾਫੀ ਨੇ ਅਮਰੀਕਾ ਦਾ ਸਫ਼ਰ ਕੀਤਾ ਸੀ ਤੇ ਉਦੋਂ ਵਾਈਟ ਹਾਊਸ ਦੇ ਸਾਹਮਣੇ ਆਪਣੇ ਖੇਮੇ ਨੂੰ ਲਗਾ ਦਿੱਤਾ ਸੀ ਅਤੇ ਉਸ ਖੇਮੇ ਵਿੱਚ ਹੀ ਉਸਨੇ ਆਪਣਾ ਵਕਤ ਗੁਜ਼ਾਰਿਆ ਸੀ। ਇਸ ਤੋਂ ਇਲਾਵਾ ਜਦੋਂ ਕੋਈ ਲੀਬੀਆ ਵਿੱਚ ਬਾਹਰ ਦਾ ਮਹਿਮਾਨ ਉਸ ਨੂੰ ਮਿਲਣ ਆਉਂਦਾ ਸੀ ਤਾਂ ਉਸ ਨੂੰ ਇਸ ਖੇਮੇ ਵਿੱਚ ਬਿਠਾਇਆ ਜਾਂਦਾ ਸੀ ਤੇ ਉਸ ਖੇਮੇ ਵਿੱਚ ਹੀ
ਗੱਦਾਫੀ ਮੁਲਾਕਾਤ ਕਰਦਾ ਸੀ। ਕਿਹਾ ਜਾਂਦਾ ਹੈ ਕਿ ਗੱਦਾਫੀ ਇੱਕ ਵਾਧੂ ਫੈਮਿਲੀ ਤੋਂ ਬਿਲੋਂਗ ਕਰਦਾ ਸੀ, ਜਾਨੀ ਕਿ ਉਹ ਇੱਕ ਐਵੇਂ ਦੀ ਫੈਮਿਲੀ ਵਿੱਚ ਪੈਦਾ ਹੋਇਆ ਸੀ ਜਿਸ ਖਾਨਦਾਨ ਦੇ ਲੋਕ ਇਸ ਤਰ੍ਹਾਂ ਦੇ ਖੇਮੇ ਵਿੱਚ ਰਿਹਾ ਕਰਦੇ ਸੀ। ਇਸ ਲਈ ਉਸਨੇ ਇੱਕ ਲੀਡਰ ਬਣਨ ਦੇ ਬਾਵਜੂਦ ਵੀ ਆਪਣੀ ਇਸ ਪਰੰਪਰਾ ਨੂੰ ਨਹੀਂ ਛੱਡਿਆ ਸੀ ਅਤੇ ਇੰਨੇ ਅਮੀਰ ਹੋਣ ਦੇ ਬਾਵਜੂਦ ਵੀ ਉਹ ਖੇਮੇ ਵਿੱਚ ਰਹਿਣਾ ਪਸੰਦ ਕਰਦਾ ਸੀ। ਤੇ ਇਸ ਤਰ੍ਹਾਂ ਹੀ ਦੋਸਤੋ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ। ਦੋਸਤੋ ਹੋਰ ਵਧੇਰੇ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾਓ।